सत श्री अकाल जी सारिਆਂ ਨੂੰ। ਅੱਜ ਅਸੀਂ ਗੱਲ ਕਰਾਂਗੇ ਹੀਟ ਟ੍ਰਾਂਸਫਰ ਦੇ ਬਾਰੇ। ਅਗਲਾ ਟੌਪਿਕ ਸਾਡਾ तो हीट ट्रांसफर तो ਅਸੀਂ ਕੀ ਸਮਝਦੇ ਹਾਂ। ਪਿਛਲੀਆਂ ਕਲਾਸਾਂ ਦੇ ਵਿੱਚ ਅਸੀਂ ਜਾਣਿਆ ਹੈ ਕਿ ਹੀਟ ਕੀ ਹੈ। ਹੀਟ ਇੱਕ એનર્ਜੀ ਦੀ ਹੀ ਫਾਰਮ ਹੈ ਜਿਹੜੀ ਕਿ ਕਿਸੇ ਸਿਸਟਮ ਤੋਂ ਅੰਦਰ ਬਾਹਰ ਹੋ ਸਕਦੀ ਹੈ ਬਿਨਾ ਮਾਸ ਤੋਂ, ਕਿ ਮਾਸ ਦੇ ਟ੍ਰਾਂਸਫਰ ਤੋਂ ਬਿਨਾ एनर्जी ਦੀ ਫਾਰਮ ਦੇ ਵਿੱਚ ਹੀਟ ਜੋ ਹੈ ਕਿਸੇ ਸਿਸਟਮ ਦੇ ਵਿੱਚੋਂ ਬਾਉਂਡਰੀਜ਼ ਦੇ ਥਰੂ ਅੰਦਰ ਵੀ ਜਾ ਸਕਦੀ ਹੈ, ਬਾਹਰ ਵੀ ਜਾ ਸਕਦੀ ਹੈ। तो ਅੱਜ ਅਸੀਂ ਦੇਖਾਂਗੇ ਕਿ ਇਸ ਹੀਟ ਦਾ ਜੋ ਟ੍ਰਾਂਸਫਰ ਹੋਣਾ ਹੈ ਉਹ ਕੀ ਹੁੰਦਾ ਹੈ ਜਾਂ ਇੱਕ ਟ੍ਰਾਂਸਫਰ ਕਿੰਨੇ ਤਰ੍ਹਾਂ ਦਾ ਹੁੰਦਾ ਹੈ। ਸੋ ਇਹਦੀ ਡੈਫੀਨੇਸ਼ਨ ਪੜ੍ਹਦੇ ਹਾਂ ਜੀ। द फ्लो ऑफ हीट एनर्जी फ्रॉम वन रीजन टू अनदर रीजन ऑफ द बॉडी और द डिफरेंट बॉडीज ड्यू टू द टेम्परेचर ग्रेडियंट और डिफरेंस। सो ਅਸੀਂ ਸਾਰੇ ਹੀ ਜਾਣਦੇ ਹਾਂ ਜੀ ਕੋਈ ਚੀਜ਼ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਕਦੋਂ ਮੂਵ ਕਰਦੀ ਹੈ, ਜਦੋਂ ਇੱਕ ਜਗ੍ਹਾ ਤੇ ਉਸ ਦੀ ਮਾਤਰਾ ਜ਼ਿਆਦਾ ਹੋਵੇ ਔਰ ਦੂਸਰੀ ਜਗ੍ਹਾ ਤੇ ਉਸ ਦੀ ਮਾਤਰਾ ਘੱਟ ਹੋਵੇ। ਤਾਂ ਹਮੇਸ਼ਾ ਹੀ ਕੋਈ ਵੀ ਚੀਜ਼ ਜ਼ਿਆਦਾ ਮਾਤਰਾ ਤੋਂ ਘੱਟ ਵਾਲੀ ਸਾਈਡ ਤੋਂ ਆਪਣੇ ਆਪ ਹੀ ਮੂਵ ਕਰਨਾ ਸਟਾਰਟ ਕਰ ਦਿੰਦੀ ਹੈ। ਸੋ ਇਸ ਡੈਫੀਨੇਸ਼ਨ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਹੀ ਸਮਝਾਇਆ ਗਿਆ ਹੈ ਕਿ ਜੋ ਹੀਟ ਟ੍ਰਾਂਸਫਰ ਹੈ ਉਹ ਹੀਟ એનર્ਜੀ ਦਾ ਫਲੋ ਹੈ ਕਿਸੇ ਵੀ ਇੱਕ ਰੀਜਨ ਤੋਂ ਦੂਸਰੇ ਰੀਜਨ ਜਾਂ ਇੱਕ ਬੋਡੀ ਤੋਂ ਦੂਸਰੀ ਬੋਡੀ ਦੇ ਵਿੱਚ, ਇੱਕ ਸੇਮ ਬੋਡੀ ਦੇ ਵਿੱਚ ਹੋ ਸਕਦਾ ਹੈ ਜਾਂ ਡਿਫਰੈਂਟ ਬੋਡੀਜ਼ ਦੇ ਵਿੱਚ ਵੀ ਹੋ ਸਕਦਾ ਹੈ। ਮਤਲਬ ਕਹਿਣ ਤੋਂ ਕਿ ਇੱਕ ਬੋਡੀ ਤੋਂ ਦੂਸਰੀ ਬੋਡੀ ਜਾਂ ਤੀਸਰੀ ਬੋਡੀ ਜਾਂ ਇੱਕ ਬੋਡੀ ਦੇ ਹੀ ਇੱਕ ਹਿੱਸੇ ਤੋਂ ਦੂਸਰੇ ਹਿੱਸੇ ਵਿੱਚ ਹੋ ਸਕਦਾ ਹੈ। ਨੈਕਸਟ ਹੈ ਜੀ ਸਾਡੇ ਕੋਲ ਕਿ ਹੀਟ ਟ੍ਰਾਂਸਫਰ ਦੇ ਤਰੀਕੇ ਕਿਹੜੇ ਕਿਹੜੇ ਹੋ ਸਕਦੇ ਹਨ। ਅਗਲਾ ਤਰੀਕਾ ਹੈ ਜੀ, ਪਹਿਲਾ ਤਰੀਕਾ ਹੈ ਜੀ ਸਾਡੇ ਕੋਲ ਦੈਟ ਇਜ਼ ਕੰਡਕਸ਼ਨ। ਹੁਣ ਅਸੀਂ ਕੰਡਕਸ਼ਨ ਕਿਸ ਨੂੰ ਆਖਦੇ ਹਾਂ। So conduction is the mode of heat transfer within one body or between several bodies in the physical contact। तो ਜਦੋਂ ਵੀ ਕਿਸੇ ਇੱਕ ਬੋਡੀ ਦੇ ਵਿੱਚ ਜਾਂ ਦੋ ਬੋਡੀਜ਼ ਦੇ ਵਿੱਚ ਜਾਂ ਜ਼ਿਆਦਾ ਬੋਡੀਜ਼ ਦੇ ਵਿੱਚ ਫਿਜ਼ੀਕਲ ਕੰਟੈਕਟ ਹੋਣ ਦੇ ਕਰਕੇ ਹੀਟ ਇੱਕ ਬੋਡੀ ਤੋਂ ਦੂਸਰੀ ਬੋਡੀ ਮੂਵ ਕਰੇ ਜਾਂ ਕਿਸੇ ਇੱਕ ਬੋਡੀ ਦੇ ਵਿੱਚ ਹੀ ਇੱਕ ਹਿੱਸੇ ਤੋਂ ਦੂਸਰੇ ਹਿੱਸੇ ਵਿੱਚ ਮੂਵ ਕਰੇ, ਉਸ ਨੂੰ ਅਸੀਂ ਕਹਿ ਦਿੰਦੇ ਹਾਂ ਜੀ ਹੀਟ ਮੂਵ ਕਰ ਰਹੀ ਹੈ ਥਰੂ ਕੰਡਕਸ਼ਨ। ਸੋ ਨੈਕਸਟ ਅਸੀਂ ਦੇਖਦੇ ਹਾਂ in this heat is transferred from one molecule to another which remains fixed in their position। ਸੋ ਇਸ ਦੇ ਵਿੱਚ ਮੋਲੀਕੂਲਰ ਮੂਵਮੈਂਟ ਨਹੀਂ ਹੁੰਦਾ, ਮੋਲੀਕੂਲਸ ਆਪਣੀ ਜਗ੍ਹਾ ਤੇ ਹੀ ਰਹਿੰਦੇ ਹਨ। ਸਿਰਫ ਕੀ ਹੁੰਦਾ ਹੈ ਹੀਟ ਇੱਕ ਮੋਲੀਕੂਲ ਤੋਂ ਦੂਸਰੇ ਮੋਲੀਕੂਲਸ ਦੇ ਉੱਤੇ ਪਾਸ ਆਨ ਹੁੰਦੀ ਹੈ। ਸੋ ਇਸ ਦੇ ਐਗਜ਼ਾਮਪਲਸ ਦੇ ਵਿੱਚ ਕਹਿੰਦਾ ਜੀ ਜਿੰਨੇ ਵੀ ਸਾਡੇ ਕੋਲ ਸੋਲਿਡਸ ਨੇ ਉਹਨਾਂ ਦੇ ਵਿੱਚ ਹੀਟ ਟ੍ਰਾਂਸਫਰ ਹੁੰਦੀ ਹੈ ਥਰੂ ਕੰਡਕਸ਼ਨ ਦੇ। ਸੋ ਨੈਕਸਟ ਅਸੀਂ ਛੋਟਾ ਜਿਹਾ ਇੱਕ ਡਾਇਗਰਾਮ ਦੇ ਥਰੂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਇੱਥੇ ਅਸੀਂ ਇੱਕ ਕਿਊਬ ਲਿਆ ਹੈ। ਕਿਊਬ ਦੇ ਇੱਕ ਸਰਫੇਸ ਤੋਂ ਇੱਕ ਫੇਸ ਤੋਂ ਦੂਸਰੇ ਫੇਸ ਦੇ ਉੱਤੇ ਜਦੋਂ ਹੀਟ ਟਰੈਵਲ ਕਰੇ ਮੀਨ ਟੂ ਸੇ ਸਪੋਜ਼ ਇੱਧਰਲਾ ਹਿੱਸਾ ਹੈ ਜੋ ਕਿ ਮੈਂ T1 ਟੈਂਪਰੇਚਰ ਤੇ ਰੱਖਿਆ ਹੈ। ਕੁਝ ਸਮੇਂ ਬਾਅਦ ਆਫਟਰ ਸਮ ਟਾਈਮ ਮੈਂ ਦੇਖਾਂਗਾ ਕਿ ਉਸ ਨੇ ਦੂਸਰੇ ਹਿੱਸੇ ਨੂੰ ਵੀ T2 ਟੈਂਪਰੇਚਰ ਤੇ ਗਰਮ ਕਰ ਦਿੱਤਾ ਹੈ। ਕਹਿਣ ਦਾ ਭਾਵ ਕਿ ਕਿਉਂ ਅਮਾਊਂਟ ਆਫ ਹੀਟ ਜਿਹੜੀ ਸੀ ਉਹ ਟਰੈਵਲ ਹੋ ਕੇ ਉਹਨੇ dx ਦਾ ਡਿਸਟੈਂਸ ਟਰੈਵਲ ਕਰਕੇ ਉਹ ਦੂਸਰੇ ਸਰਫੇਸ ਦੇ ਉੱਤੇ ਵੀ T2 ਟੈਂਪਰੇਚਰ ਦੇ ਨਾਲ ਪਹੁੰਚ ਗਈ ਹੈ। ਇੱਕ ਸਿੰਪਲ ਜਿਹਾ ਕਿ ਉਹਦਾ ਹੋਰ ਐਗਜ਼ਾਮਪਲ ਹੈ। ਤਾਂ ਇਸ ਐਗਜ਼ਾਮਪਲ ਦੇ ਵਿੱਚ ਅਸੀਂ ਦੇਖਾਂਗੇ ਕਿ ਸਾਡੇ ਕੋਲ ਇੱਕ ਬਰਨਰ ਹੈ। ਬਰਨਰ ਦੇ ਉੱਤੇ ਮੈਂ ਇੱਕ ਮੈਟਲ ਦੀ ਰੋਡ ਰੱਖੀ ਹੈ। ਉਸ ਰੋਡ ਨੂੰ ਹੱਥ ਨਾਲ ਫੜਿਆ ਹੈ। ਤਾਂ ਸਟਾਰਟਿੰਗ ਦੇ ਵਿੱਚ ਅਸੀਂ ਇਸ ਹਿੱਸੇ ਨੂੰ ਗਰਮ ਕਰਾਂਗੇ, ਪਰ ਕੁਝ ਸਮੇਂ ਬਾਅਦ ਅਸੀਂ ਫੀਲ ਕਰਾਂਗੇ ਕਿ ਮੇਰੇ ਹੱਥ ਨੂੰ ਗਰਮਾਇਸ਼ ਫੀਲ ਹੋ ਰਹੀ ਹੈ ਜਾਂ ਮੇਰਾ ਹੱਥ ਗਰਮ ਹੋ ਰਿਹਾ ਹੈ ਹੌਲੀ ਹੌਲੀ। ਤਾਂ ਇੱਥੋਂ ਸਾਨੂੰ ਸਾਫ਼ ਪਤਾ ਲੱਗ ਜਾਂਦਾ ਹੈ ਕਿ ਜੋ ਹੀਟ ਹੈ ਉਹ ਇੱਕ ਹਿੱਸੇ ਤੋਂ ਦੂਸਰੇ ਹਿੱਸੇ ਵੱਲ ਮੂਵ ਕਰਦੀ ਜਾ ਰਹੀ ਹੈ ਥਰੂ ਕੰਡਕਸ਼ਨ। ਮੋਲੀਕੂਲ ਟੂ ਮੋਲੀਕੂਲਸ ਪਾਸ ਹੋ ਰਹੀ ਹੈ। ਸੋ ਨੈਕਸਟ ਸਾਡੇ ਕੋਲ ਫੋਰੀਅਰਸ ਲਾਜ਼ ਦੇ ਉੱਤੇ ਇਹਦੇ ਤੇ ਇੱਕ ਫਾਰਮੂਲਾ ਦਿੱਤਾ ਗਿਆ ਹੈ ਕਿ ਕੰਡਕਸ਼ਨ ਦਾ ਸਾਡੇ ਕੋਲ ਕੀ ਫਾਰਮੂਲਾ ਹੋ ਸਕਦਾ ਹੈ। ਇੱਥੇ ਕਿੰਨੀ ਹੀਟ ਸਾਡੇ ਕੋਲ ਸਪਲਾਈ ਕੀਤੀ ਗਈ ਹੈ ਦੈਟ ਇਜ਼ ਇਕੁਅਲਸ ਟੂ -K ਥਰਮਲ ਕੰਡਕਟਿਵਿਟੀ ਦੈਟ ਇਜ਼ K। ਇੱਥੇ A ਹੈ ਕਿੰਨਾ ਏਰੀਆ ਅਸੀਂ ਕੰਟੈਕਟ ਦੇ ਵਿੱਚ ਲੈ ਕੇ ਆਏ ਹਾਂ ਔਰ dt/dx ਹੈ ਸਾਡੇ ਕੋਲ ਟੈਂਪਰੇਚਰ ਗ੍ਰੇਡੀਐਂਟ। ਇਹਨੂੰ ਅਸੀਂ ਅੱਗੇ ਚੱਲ ਕੇ ਫਾਰਮੂਲੇ ਦੇ ਵਿੱਚ ਜਦੋਂ ਅਸੀਂ ਡਿਸਕਸ ਕੀਤਾ ਫੋਰੀਅਰਸ ਫਾਰਮੂਲਾ ਫਿਰ ਅਸੀਂ ਚੰਗੀ ਤਰ੍ਹਾਂ ਸਮਝਾਂਗੇ ਜੀ।